ਮੈਂ ਡਾਕਟਰ ਰਮਨਦੀਪ ਸ਼ੈਰੀ ਹੋਣਾ ਦਾ ਸਵਾਗਤ ਕਰਦਾ ਜੀ। ਤੁਸੀਂ ਸਾਡੇ ਛੋਟੇ ਜਿਹੇ ਸਟੂਡੀਓ 'ਤੇ ਆਏ ਹੋ ਕਿਉਂਕਿ ਡਾਕਟਰ ਰਮਨਦੀਪ ਜੀ ਨੂੰ ਕਾਫੀ ਜ਼ਿਆਦਾ ਤਜਰਬਾ ਹੈ। ਬਹੁਤ ਸਿੱਖਿਆਰਥੀ ਪੰਜਾਬ ਇਕੱਲੇ ਦੇ ਨਹੀਂ, ਦੂਜੇ ਸੂਬਿਆਂ ਦੇ ਵੀ ਸਿੱਖਿਆਰਥੀ ਇਹਨਾਂ ਕੋਲੋਂ ਇਹੋ ਜਿਹੇ ਟਿਪਸ ਲੈਂਦੇ ਰਹਿੰਦੇ ਨੇ। ਟਿਪਸ ਲੈ ਕੇ ਆਪਣੀਆਂ ਛੋਟੀਆਂ ਉਦਯੋਗਿਕ ਇਕਾਈਆਂ ਨੂੰ ਅੱਗੇ ਕਿਵੇਂ ਪ੍ਰਫੁੱਲਿਤ ਕਰਨਾ ਬਹੁਤ ਖੂਬ ਤਜਰਬਾ ਰੱਖਦੇ ਨੇ। ਸਾਨੂੰ ਸੀਗਾ ਵੀ ਤੁਹਾਨੂੰ ਸਾਰਿਆਂ ਦੇ ਸਾਹਮਣੇ ਮਿਲਾਇਆ ਜਾਵੇ। ਕੁਝ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਅਸੀਂ ਸ਼ੁਰੂਆਤ ਇੱਥੋਂ ਕਰਦੇ ਹਾਂ ਥੋੜ੍ਹੀ ਸਧਾਰਨ ਭਾਸ਼ਾ ਤੋਂ, ਵੀ ਖੇਤੀ ਦੇ ਵਿੱਚ ਪੂਰਾ ਸਾਨੂੰ ਹਿਸਾਬੀ ਕਿਤਾਬੀ ਹੋਣਾ ਚਾਹੀਦਾ ਹੈ। ਖੇਤੀ ਵੀ ਇੱਕ ਵਪਾਰ ਇੱਕ ਤਰ੍ਹਾਂ ਤੁਸੀਂ ਜਿਵੇਂ ਕਹਿ ਸਕਦੇ ਹੋ, ਅਤੇ ਉਹ ਤੁਸੀਂ ਆਪਣੀ MBA ਦੀ ਭਾਸ਼ਾ ਤੁਸੀਂ ਇੱਥੋਂ ਗੱਲ ਸ਼ੁਰੂ ਕਰੋ ਜੀ, ਉਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ ਜੀ। ਦੇਖੋ ਅਨਿਲ ਜੀ, ਇਹ ਤੁਸੀਂ ਬੜਾ ਵਧੀਆ ਜਿਹੜਾ ਆਪਾਂ ਪੜਾਅ 'ਤੇ ਪਹੁੰਚ ਗਏ ਹਾਂ ਇਸ ਡਿਸਕਸ਼ਨ ਦੇ ਵਿੱਚ। ਮੈਨੂੰ ਲੱਗਦਾ ਕਿ ਜੇ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣਾ ਜੀ, ਤਾਂ ਮੂਲ ਰੂਪ ਦੇ ਵਿੱਚ ਜਿੱਦਾਂ ਅਸੀਂ ਅੰਗਰੇਜ਼ੀ ਬੋਲਣ ਤੋਂ ਪਹਿਲਾਂ ਜਾਂ ਸਿੱਖਣ ਤੋਂ ਪਹਿਲਾਂ ਜੀ ਅਸੀਂ ABC ਸਿੱਖਦੇ ਹਾਂ, ਪੰਜਾਬੀ ਬੋਲਣ ਤੋਂ ਪਹਿਲਾਂ ਜਾਂ ਸਿੱਖਣ ਤੋਂ ਪਹਿਲਾਂ ਅਸੀਂ 35 ਸਿੱਖਦੇ ਹਾਂ ਜੀ। ਸੱਸੇ ਪੈਰ ਬਿੰਦੀ ਛੱਛਾ ਸਾਨੂੰ ਕਹਿਣਾ ਆਉਂਦਾ ਹੈ। ਉੱਦਾਂ ਹੀ ਜੇ ਅਸੀਂ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣਾ ਤਾਂ ਮੂਲ ਰੂਪ ਦੇ ਵਿੱਚ ਸਿਧਾਂਤਕ ਪਹਿਰਾ ਦੇਣਾ ਪੈਣਾ। ਸਿਧਾਂਤ ਕੀ ਹੈ ਕਿ ਲਾਗਤਾਂ ਨੂੰ ਸਮਝ ਕੇ ਲਾਉਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਾਖੂਬ ਜਿਹੜੇ ਸਾਡੇ ਜਿੰਨੇ ਵੀ ਸਟੇਕ ਹੋਲਡਰ ਆ ਉਹਨਾਂ ਨੂੰ ਸਿਖਾਇਆ ਗਿਆ। ਉਸ ਤੋਂ ਬਾਅਦ ਪੈਦਾਵਾਰ ਜਦੋਂ ਹੋ ਜਾਂਦੀ ਆ, ਉਸ ਪੈਦਾਵਾਰ ਨੂੰ ਪ੍ਰੋਸੈਸ ਕਰਕੇ ਫਿਰ ਉਹਦੇ ਵਿੱਚ ਉਹਦੀ ਪੈਕਿੰਗ ਕਰਕੇ ਉਹਨੂੰ ਪੇਸ਼ਕਾਰੀ ਉਹਦੀ ਵਧੀਆ ਕਰਕੇ ਪ੍ਰਚਾਰ ਤੇ ਪ੍ਰਸਾਰ ਦੇ ਜ਼ਰੀਏ ਅਸੀਂ ਮੰਡੀਕਰਨ ਕਰਕੇ ਉਸ ਤੋਂ ਬਾਅਦ ਖਪਤਕਾਰ ਦੀ ਜ਼ਰੂਰਤ ਨੂੰ ਸਮਝ ਕੇ ਜਿਹੜਾ ਮੰਡੀਕਰਨ ਕਰਦੇ ਹਾਂ। ਸੋ ਕੁੱਲ ਰੂਪ ਦੇ ਵਿੱਚ ਇਹ ਪੜਾਅ 5 ਪੜਾਅ ਲਾਗਤਾਂ, ਜਿਣਸ ਪੈਦਾ ਕਰਨੀ, ਜਿਣਸ ਤੋਂ ਪੱਕਾ ਮਾਲ ਤਿਆਰ ਕਰਨਾ, ਉਸ ਤੋਂ ਬਾਅਦ ਉਹਦਾ ਮੰਡੀਕਰਨ ਕਰਨਾ, ਖਪਤਕਾਰ ਦੀ ਜ਼ਰੂਰਤ ਨੂੰ ਸਮਝ ਕੇ। 2 ਲੌਜਿਸਟਿਕਸ ਦੇ ਕੰਟਰੋਲ ਦੇ ਇਹਦੇ ਹਿੱਸੇ ਆ ਜੀ। 2 ਸਿਧਾਂਤ ਕਿ ਸਾਨੂੰ ਸਟੋਰੇਜ ਤੇ ਟਰਾਂਸਪੋਰਟੇਸ਼ਨ ਨੂੰ ਵੀ ਉੱਤੇ ਵੀ ਕਾਬਜ਼ ਹੋਣਾ ਪੈਣਾ। ਜਿਹੜੇ ਕਿਸਾਨ ਭਰਾ ਜਦੋਂ ਉਹ ਉਦਮੀ ਬਣਦੇ ਆ, ਖੇਤੀ ਵਪਾਰ ਕਰਦੇ ਆ, ਉਹ ਸਟੋਰੇਜ ਤੇ ਟਰਾਂਸਪੋਰਟੇਸ਼ਨ ਦੇ ਖਿੱਤੇ ਦੇ ਵਿੱਚ ਆਪਣੇ ਹੱਥ ਅਜਮਾ ਕੇ ਹੀ ਕੰਪੀਟੀਸ਼ਨ ਦੇ ਵਿੱਚ ਰਹਿ ਸਕਦੇ ਆ। ਔਰ ਬਾਖੂਬੀ ਜੇ ਉਦਾਹਰਨ ਦੇ ਰੂਪ ਦੇ ਵਿੱਚ ਲਈਏ ਤਾਂ ਮੱਖੀ ਪਾਲਕ ਜਿੰਨੇ ਖੁੰਭਾਂ ਦੀ ਕਾਸ਼ਤ ਕਰਨ ਵਾਲੇ, ਡੇਅਰੀ, ਪੋਲਟਰੀ, ਪਿਗਰੀ, ਫਿਸ਼ਰੀ, ਜਿੰਨੇ ਵੀ ਅਲਾਈਡ ਸਾਡੇ ਵਿੰਗਸ ਆ ਜਾਂ ਸਬਸਿਡਰੀ ਆਕੂਪੇਸ਼ਨਸ ਆ, ਉਹ ਜਿੰਨੇ ਵੀ ਖੇਤੀ ਵਪਾਰੀ ਆ ਉਹ ਸਾਰੇ ਬਾਖੂਬੀ ਇਸ ਗੱਲ ਨੂੰ ਸਮਝਦੇ ਆ। ਸੋ ਸੁਨੇਹੇ ਦੇ ਰੂਪ ਦੇ ਵਿੱਚ ਰੂਰਲ ਯੂਥ ਨੂੰ ਮੈਂ ਇੱਥੇ ਇਹ ਸੁਨੇਹਾ ਦੇਣਾ ਚਾਹੂੰਗਾ ਕਿ 5+2 ਦਾ ਸਿਧਾਂਤ ਸਿੱਖ ਕੇ ਜੇ ਤੁਸੀਂ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦਿਓਗੇ, ਇੰਪਲੋਇਮੈਂਟ ਓਪਰਚੁਨਿਟੀਜ਼ ਤਾਂ ਨੇ ਜੀ ਜਿਹੜੀਆਂ ਉਹ ਜਨਰੇਟ ਹੋਣਗੀਆਂ ਕਿਤੇ ਨਾ ਕਿਤੇ ਇਸ ਖਿੱਤੇ ਦੇ ਵਿੱਚ। ਜਿਹੜੇ ਸਾਡੇ ਨੌਜਵਾਨ ਸਾਥੀ ਉਤਰੇ ਜੇ ਪਏ ਆ ਪੰਜਾਬ ਦੇ ਵਿੱਚ, ਉਹਨਾਂ ਨੂੰ ਕੋਈ ਨਾ ਕੋਈ ਹੀਲਾ ਵਸੀਲਾ ਉਹਨਾਂ ਦੇ ਆਲੇ ਦੁਆਲੇ ਜਿਹੜਾ ਉਹ ਪੈਦਾ ਹੋਊਗਾ ਜਿਹਦੇ ਨਾਲ ਉਹ ਆਪਣੇ ਆਪ ਨੂੰ ਉਸ ਵਪਾਰ ਦੇ ਵਿੱਚ ਰੁਝਾ ਸਕਣ। ਜੀ ਡਾਕਟਰ ਸਾਹਿਬ ਬੜੇ ਵਧੀਆ ਪ੍ਰਵਕਤਾ ਨੇ, ਬਹੁਤ ਵਧੀਆ ਬੁਲਾ ਰਹੇ ਨੇ, ਬਹੁਤ ਸੌਖੇ ਤਰੀਕੇ ਦੇ ਨਾਲ ਤੁਹਾਡੀ ਭਾਸ਼ਾ ਦੇ ਵਿੱਚ ਸਾਰੀ ਗੱਲਾਂ ਦੱਸ ਰਹੇ ਨੇ। ਕਿਹੜੀ ਸੋਹਣੀ ਗੱਲ ਹੈ। ਅੱਖਰ ਤਾਂ 35 ਨੇ, ਉਹਨਾਂ ਨੂੰ ਆਪਾਂ ਲੜੀਬੱਧ ਵੀ ਉਹ ਯੋਜਨਾ ਕਰਕੇ ਵੀ ਜੋੜਨਾ, ਉਹਦੇ ਨਾਲ ਉਹਦੀ ਇੱਕ ਕਵਿਤਾ ਬਣਾਉਣੀ ਜਾਂ ਉਹਦਾ ਇੱਕ ਚੰਗਾ ਲੇਖ ਬਣਾਉਣਾ। ਤਾਂ ਡਾਕਟਰ ਸਾਹਿਬ ਇਹ ਦੱਸ ਰਹੇ ਇਹੀ ਵਿਉਂਤਬੰਦੀ ਕਰਨੀ ਨੂੰ ਜੇ ਆਪਾਂ ਕਹੀਏ ਤਾਂ ਖੇਤੀ ਦੇ ਵਿੱਚ ਇਹਦੀ ਕਰਨੀ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ ਤੁਹਾਡੀ ਗੱਲਾਂ 'ਚ ਗੱਲ ਨਿਕਲਦੀ ਹੈ, ਇੱਕ ਖਪਤਕਾਰ ਆ, ਆਪਾਂ ਸਾਰੇ ਖਪਤਕਾਰ ਆ। ਖਪਤਕਾਰ ਉਦੋਂ ਇੱਕ ਕਾਸ਼ਤਕਾਰ ਹੈ। ਉਹਨਾਂ ਦੇ ਵਿੱਚ ਜੇ ਕਾਸ਼ਤਕਾਰ ਜੋ ਚੀਜ਼ ਵੇਚਦਾ ਤੇ ਖਪਤਕਾਰ ਜੋ ਚੀਜ਼ ਖਰੀਦਦਾ, ਉਹਦੇ ਵਿੱਚ ਬਹੁਤ ਵੱਡਾ ਗੈਪ ਹੈ। ਇਹ ਗੈਪ ਨੂੰ ਘਟਾਉਣ ਦੇ ਨਾਲ ਜਿਹੜਾ ਪੈਦਾ ਕਰਨ ਵਾਲਾ ਉਹਨੂੰ ਵੀ ਆਪਾਂ ਕਹੀਏ ਉਹਨੂੰ ਮੁਨਾਫਾ ਵਧਾਉਣਾ, ਉਹਦੇ ਬਾਰੇ ਤੁਸੀਂ ਜ਼ਰੂਰ ਜ਼ਿਕਰ, ਤੁਸੀਂ ਕਈ ਭਾਸ਼ਾਵਾਂ 'ਚ ਗੱਲ ਕਰਦੇ ਹੁੰਦੇ ਹੋ। ਦੇਖੋ ਜੀ, ਇਹ ਮੁੱਦਾ ਜਿਹੜਾ ਤੁਸੀਂ ਫੜਿਆ ਆਪਣੀ ਗੱਲਬਾਤ ਦੇ ਦੌਰਾਨ, ਜਿਹੜਾ ਤੁਸੀਂ ਇਹ ਮੁੱਦਾ ਫੜਿਆ, ਉਹਦੇ ਵਿੱਚ ਬਹੁਤ ਇੰਪੋਰਟੈਂਟ ਗੱਲ ਹੈ ਕਿ ਵੀ ਇਸ ਗੈਪ ਨੂੰ ਹੀ ਵਪਾਰ ਕਿਹਾ ਜਾਂਦਾ। ਜਦੋਂ ਖਪਤਕਾਰ ਦੀ ਜ਼ਰੂਰਤ ਨੂੰ ਸਮਝ ਕੇ ਅਸੀਂ ਉਹਨੂੰ ਚੀਜ਼ ਮੁਹੱਈਆ ਨਹੀਂ ਕਰਾਉਂਦੇ ਤਾਂ ਉਹ ਗੈਪ ਕ੍ਰੀਏਟ ਹੁੰਦਾ। ਤੇ ਜਦੋਂ ਉਦਮੀ ਜਿਹੜੇ ਆ ਨੌਜਵਾਨ ਸਾਥੀ, ਜਦੋਂ ਅਸੀਂ ਉਹਨਾਂ ਨੂੰ ਇੱਕ ਇਹ ਸਿਧਾਂਤ ਸਿਖਾ ਦਿੰਦੇ ਆ ਕਿ ਕਿਵੇਂ ਉਸ ਗੈਪ ਨੂੰ ਲੱਭਣਾ ਤੇ ਉਸ ਗੈਪ ਦੀ ਪੂਰਤੀ ਕਰਨੀ ਆ, ਜਦੋਂ ਉਸ ਗੈਪ ਦੀ ਪੂਰਤੀ ਕਰਦੇ ਤਾਂ ਉਹ ਸਿੱਧੇ ਰੂਪ ਦੇ ਵਿੱਚ ਮੁਨਾਫੇ ਦੇ ਰੂਪ ਦੇ ਵਿੱਚ ਹੁੰਦੀ ਆ। ਦੂਜੀ ਗੱਲ ਹੈ ਸੋਸਾਇਟਲ ਕੰਸੈਪਟ ਹੈ ਜੀ। ਅਸੀਂ ਸਮਾਜ ਨੂੰ ਕੁਝ ਪੂਰਨਾ ਹੈ। ਖੇਤੀ ਵਪਾਰ ਜਿਹੜਾ ਸਮਾਜ ਨੂੰ ਪੂਰਦਾ, ਆਮ ਕਰਕੇ ਇਹਨੂੰ ਇਕਨੋਮਿਕ ਐਕਟੀਵਿਟੀ ਦੇ ਮੱਦੇਨਜ਼ਰ ਦੇਖਿਆ ਜਾਂਦਾ। ਪਰ ਮੇਰਾ ਤਜਰਬਾ 26 ਵਰ੍ਹਿਆਂ ਦਾ, ਤਾਂ 26 ਵਰ੍ਹਿਆਂ ਦੇ ਤਜਰਬੇ ਦੇ ਵਿੱਚੋਂ ਅਸੀਂ ਇਸੇ ਗੱਲ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਕਿ ਇਹਨੂੰ ਤੁਸੀਂ ਇਕਨੋਮਿਕ ਗੇਨਸ ਦੇ ਪੱਖੋਂ ਨਾ ਦੇਖੋ, ਇਹਨੂੰ ਸੋਸਾਇਟਲ ਗੇਨ ਦੇ ਪੱਖੋਂ ਦੇਖੋ। ਸਮਾਜ ਨੂੰ ਅਸੀਂ ਕੀ ਪੂਰਦੇ ਨਹੀਂ, ਸਮਾਜ ਨੂੰ ਅਸੀਂ ਪਹਿਲਾਂ ਤਾਂ ਬਹੁਤ ਵਧੀਆ ਪਦਾਰਥ ਖਾਣ ਪੀਣ ਵਾਲੇ, ਕਿਉਂਕਿ ਤਿੰਨੋਂ ਡੰਗ ਹਰੇਕ ਨੇ ਖਾਣਾ, ਇੱਕ ਤਾਂ ਪਦਾਰਥ ਪੂਰਦੇ ਹਾਂ ਜੀ, ਦੂਜਾ ਅਸੀਂ ਇੰਪਲੋਇਮੈਂਟ ਓਪਰਚੁਨਿਟੀਜ਼ ਪੂਰਦੇ ਹਾਂ। ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ, ਕਿਉਂਕਿ ਸਾਰੇ ਬਹੁਤ ਜ਼ਰੂਰੀ ਹੈ ਕਿ ਸਮਾਜ ਦੇ ਵਿੱਚ ਹਰੇਕ ਬੰਦੇ ਦਾ ਰੁਝੇਵਾਂ ਹੋਣਾ ਚਾਹੀਦਾ ਤਾਂ ਜੋ ਉਹ 8 ਘੰਟੇ ਕੰਮ ਕਰੇ ਤੇ ਆਪਣੀ ਜ਼ਿੰਦਗੀ ਜਿਹੜੀ ਆ ਸਹੀ ਬਸਰ ਕਰ ਸਕੇ। ਸੋ ਇਸ ਗੈਪ ਦੇ ਵਿੱਚ ਉਦਮੀ ਸਾਨੂੰ ਬਹੁਤ ਤਰੀਕੇ ਨਾਲ ਚੁਣਨੇ ਪੈਂਦੇ ਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਹੋਵੇ, ਸਕਿੱਲ ਡਿਵੈਲਪਮੈਂਟ ਸੈਂਟਰ ਹੋਵੇ, ਸਾਡੇ ਜਿੰਨੇ ਵੀ ਮਹਿਕਮੇ ਆ ਉਹ ਟ੍ਰੇਨਿੰਗਸ ਲਾਉਂਦੇ ਆ। ਅਸੀਂ ਜਦੋਂ ਉਦਮੀ ਚੁਣਦੇ ਆ ਤਾਂ ਇਸ ਗੱਲ ਦਾ ਖਿਆਲ ਰੱਖਦੇ ਹਾਂ ਕਿ ਜਿਨ੍ਹਾਂ ਦੇ ਵਿੱਚ ਇਹ
ਇਹ ਚੰਗਿਆੜੀ ਹੁੰਦੀ ਆ, ਤਾਂ ਜੋ ਉਸ ਚੰਗਿਆੜੀ ਨੂੰ ਭਾਂਬੜ ਦਾ ਰੂਪ ਜਿਹੜਾ ਵਾ ਉਹ ਦਿੱਤਾ ਜਾ ਸਕੇ, ਸਮਹਾਓ ਕਿਸੇ ਤਰੀਕੇ ਨਾਲ ਉਸ ਚੰਗਿਆੜੀ ਨੂੰ ਕਿਤੇ ਨਾ ਕਿਤੇ ਇਗਨਾਈਟ ਕੀਤਾ ਜਾ ਸਕੇ, ਕਿ ਉਹਨਾਂ 'ਚ ਸ਼ਮਤਾ ਹੋਵੇ, ਰਿਸਕ ਟੇਕਿੰਗ ਐਬਿਲਿਟੀ ਹੋਵੇ, ਕੁਝ ਨਵਾਂ ਕਰਨ ਦੀ ਸ਼ਮਤਾ ਹੋਵੇ, ਰੋਜ਼ ਕੁਝ ਨਵਾਂ ਸਿੱਖਣ ਦੀ ਸ਼ਮਤਾ ਰੱਖੇ। ਜੀ 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 ਜੀ, ਕਿਉਂਕਿ ਤਾਂਘ ਹੋਣੀ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਬਿਲਕੁਲ। ਜੇ ਅਸੀਂ ਖੇਤੀਬਾੜੀ ਯੂਨੀਵਰਸਿਟੀ ਸਿਖਾਉਣ ਦੇ ਤਤਪਰ ਆ, ਤਾਂ ਜਿਹੜੇ ਨੌਜਵਾਨ ਉਦਮੀ ਸਿੱਖਣ ਦੇ ਤਤਪਰ ਹੋਣ, ਅਸੀਂ ਉਹਨਾਂ ਨੂੰ ਰੁਝਾਉਂਦੇ ਆ, ਉਹਨਾਂ ਨੂੰ ਅਸੀਂ ਖਿੱਚਦੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ, ਫਿਰ ਅਸੀਂ ਉਹਨਾਂ ਨੂੰ ਉਦਮੀ ਬਣਾਉਂਦੇ ਆ, ਰੋਲ ਮਾਡਲ ਤਿਆਰ ਕਰਕੇ ਲੋਕਾਂ ਦੇ ਸਨਮੁਖ ਪੇਸ਼ ਕਰਦੇ ਆ। ਜਦੋਂ ਅਸੀਂ ਉਹਨਾਂ ਦੇ ਸਨਮੁਖ ਪੇਸ਼ ਕਰਦੇ ਆ ਤਾਂ ਲੋਕ ਵੀ ਉਤਸ਼ਾਹਿਤ ਹੁੰਦੇ ਆ। ਬੇਸਿਕਲੀ ਸਾਡਾ ਰੋਲ ਤਾਂ ਜੀ ਬ੍ਰਾਂਡ ਐਂਬੈਸਡਰਸ ਜਿਹੜੇ ਆ ਉਹ ਖੜੇ ਕਰਨਾ ਹੁੰਦਾ। ਸੋ ਅਸੀਂ ਜਦੋਂ ਮਾਡਲ ਖੜੇ ਕਰਦੇ ਆ ਤਾਂ ਮੈਨੂੰ ਲੱਗਦਾ ਜਿਹੜਾ ਤੁਸੀਂ ਸਵਾਲ ਕੀਤਾ ਕਿ ਗੈਪ ਦੇ ਮੱਦੇਨਜ਼ਰ ਹੀ ਰੱਖਦੇ ਆ, ਜਿੱਦਾਂ ਪੈਕੇਜਿੰਗ ਦਾ ਰੋਲ ਮਾਡਲ ਆ ਸਾਡੇ ਕੋਲੇ ਛੋਟਾ ਲੈਵਲ ਦੀ ਡੱਬਾਬੰਦੀ ਦਾ ਰੋਲ ਮਾਡਲ ਆ, ਬਹੁਤ ਵਧੀਆ ਰੋਲ ਮਾਡਲ ਆ। ਜਿੱਦਾਂ ਸ਼ਹਿਦ ਦੇ ਖੇਤਰ ਦੇ ਵਿੱਚ ਅਸੀਂ ਕਾਫੀ ਬ੍ਰਾਂਡ ਜਿਹੜੇ ਇੰਟਰੋਡਿਊਸ ਕਰ ਚੁੱਕੇ ਹਾਂ ਪੰਜਾਬ ਦੇ ਵਿੱਚ। ਸਾਡੇ ਬੀ ਕੀਪਰਸ ਜਿਹੜੇ ਆ PAU ਟ੍ਰੇਨਡ ਜਿਹੜੇ ਆ, ਉਹ ਬੀ ਕੀਪਰਸ ਸ਼ਹਿਦ ਦੇ ਬ੍ਰਾਂਡ ਜਿਹੜੇ ਆ ਖਪਤਕਾਰਾਂ ਦੇ ਸਨਮੁਖ ਕਰ ਚੁੱਕੇ ਆ। ਇਸ ਤੋਂ ਇਲਾਵਾ ਜੇ ਦੇਖੀਏ ਤਾਂ ਅਸੀਂ ਗਿਫਟ ਪੈਕ ਵੀ ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਦੇ ਬੈਨਰ ਦੇ ਤਹਿਤ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਥਰੂ ਸਿਖਾ ਕੇ ਨਾ ਜੀ, ਉਹ ਕਲੱਬ ਦੇ ਜਰੀਏ ਅਸੀਂ ਉਹਨਾਂ ਨੇ ਗਿਫਟ ਪੈਕ ਵੀ ਖਪਤਕਾਰਾਂ ਨੂੰ ਦਿੱਤਾ। ਆਪਾਂ ਡਾਕਟਰ ਸਾਹਿਬ ਉਹਨਾਂ ਨੂੰ ਪ੍ਰਮੋਟ ਤੇ ਨਹੀਂ ਕਰਨਾ ਚਲੋ ਇਸ ਮੰਚ ਤੇ, ਪਰ ਮੈਨੂੰ ਇਹ ਹੈ ਤੁਸੀਂ 1 2 3 ਜਿਹੜੇ ਚੁਣਿੰਦਾ ਤੁਹਾਨੂੰ ਲੱਗਦੇ ਨੇ ਵੀ ਇਸ ਪਾਸਿਓਂ ਬੜਾ ਵਧੀਆ ਐਫਰਟ ਕਰ ਚੁੱਕੇ ਨੇ, ਆਪਣਾ ਨਾਂ ਕਮਾ ਚੁੱਕੇ ਨੇ, ਤੁਹਾਡੇ ਕੋਲ ਸਿਖਲਾਈਆਂ ਪ੍ਰਾਪਤ ਕਰ, ਉਹਨਾਂ ਤੁਸੀਂ 2 ਦਿਨਾਂ ਦਾ ਕੋਈ ਨਾਮ ਬ੍ਰਾਂਡ ਐਂਬੈਸਡਰ ਦੇ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਬੈਨਰ ਹੈ ਜੀ, ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਆ। ਠੀਕ ਹੈ ਜੀ। ਜਿਹੜਾ ਸਾਡਾ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਉਹਦੇ ਤਹਿਤ ਇਹ ਸਾਰਾ ਜਿਹੜਾ ਆਰਗੇਨਾਈਜ਼ਡ ਆ। ਉਹਦੇ ਵਿੱਚ ਮੰਡੀਕਰਨ ਦੀ ਸਿਖਲਾਈ ਸਾਡਾ ਮਹਿਕਮਾ ਜਿਹੜਾ ਵਾ ਪ੍ਰਦਾਨ ਕਰਦਾ, ਸਕੂਲ ਆਫ ਬਿਜ਼ਨਸ ਸਟੱਡੀਜ਼ ਦਾ। ਅਸੀਂ ਉਹਦੇ ਵਿੱਚ ਇੱਕ ਐਕਸਟੈਂਟ ਤੱਕ ਪਹੁੰਚ ਚੁੱਕੇ ਹਾਂ, ਇੱਕ ਧੁਰਾ ਅਸੀਂ ਅਚੀਵ ਕਰ ਚੁੱਕੇ ਹਾਂ ਕਿ ਸਾਡਾ ਜਿਹੜਾ ਸ਼ਹਿਦ ਆ ਉਹਨੂੰ ਵਿਆਹਾਂ ਦੇ ਵਿੱਚ ਕਾਰਡ ਦੇ ਨਾਲ ਸ਼ਹਿਦ ਦਾ ਡੱਬਾਬੰਦ ਹੋ ਕੇ ਸ਼ਹਿਦ ਦੇ ਡੱਬੇ ਜਿਹੜੇ ਆ ਉਹ ਵਿਆਹਾਂ ਦੇ ਕਾਰਡ ਦੇ ਨਾਲ ਜਾਣ ਲੱਗ ਗਏ ਆ। ਅਮੋਲਕ ਸ਼ਹਿਦ ਦਾ ਬ੍ਰਾਂਡ ਹੈ ਜੀ, ਜਿਹੜਾ ਉਹਨਾਂ ਨੇ ਬਹੁਤ ਵਧੀਆ ਇੰਟਰੋਡਿਊਸ ਕੀਤਾ। ਭੁਪਿੰਦਰ ਜੀ ਆ ਜੀ ਉਸ ਕਲੱਬ ਦੇ ਜਿਹੜੇ ਅੱਛੇ ਮੈਂਬਰ ਆ, ਜਿਹੜੇ ਬਹੁਤ ਨਵੀਆਂ ਚੀਜ਼ਾਂ ਦਾ ਹਮੇਸ਼ਾ ਹੀ ਪ੍ਰੈਕਟੀਕਲ ਕਰਦੇ ਰਹਿੰਦੇ ਆ। ਉਹਨਾਂ ਨੇ ਉਹ ਡੱਬਾ ਜਿਹੜਾ ਉਹ ਉਤਾਰਿਆ, ਤੇ ਡੈਫੀਨੇਟਲੀ ਅਸੀਂ ਉਸ ਖਿੱਤੇ ਦੇ ਵਿੱਚ ਉਸ ਵਪਾਰੀਆਂ ਨੂੰ ਕੰਪੀਟੀਸ਼ਨ ਦੇ ਸਕੇ, ਜਿੱਥੇ ਨਟਸ ਵਿਕਦੇ ਸੀ, ਜਿੱਥੇ ਹੋਰ ਮਠਿਆਈਆਂ ਵਿਕਦੀਆਂ ਸੀ। ਅਸੀਂ ਇਸ ਚੀਜ਼ ਦੀ ਪਕੜ ਕੀਤੀ ਕਿ ਰੱਬੀ ਮਿੱਠਾ ਹੈ ਕਿਸੇ ਤਰੀਕੇ ਨਾਲ ਖਪਤਕਾਰ ਦੇ ਘਰ ਤੱਕ ਪਹੁੰਚ ਸਕੇ, ਤਾਂ ਅਸੀਂ ਪਹੁੰਚਾਉਣ ਦੇ ਵਿੱਚ ਕਾਮਯਾਬ ਰਹੇ। ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਜੀ ਇੱਕ ਨੌਜਵਾਨ ਸਾਡੇ ਕੌਸ਼ਲ ਸਿੰਘ, ਸੱਲੋਪੁਰ ਪਿੰਡ ਹੈ ਜੀ, ਗੁਰਦਾਸਪੁਰ ਜ਼ਿਲ੍ਹਾ, ਉੱਥੋਂ ਦੇ ਉਹ ਜੈਗਰੀ ਸ਼ੂਗਰ ਕੇਨ ਗਰੋਅਰ ਹੈ ਜੀ, 3rd ਜਨਰੇਸ਼ਨ। ਉਹਨਾਂ ਨੇ ਬਹੁਤ ਖੂਬੀ ਗੁੜ ਤੇ ਸ਼ੱਕਰ ਦੇ ਵੇਰੀਐਂਟਸ ਬਣਾਇਆ। ਸੋ ਉਹਨਾਂ ਨੇ ਟਾਈ ਅਪ ਕਰਕੇ ਉਸ ਗੁੜ ਤੇ ਸ਼ੱਕਰ ਦੇ ਵੇਰੀਐਂਟਸ ਆ ਜਿਹੜੇ ਖਪਤਕਾਰਾਂ ਦੇ ਸਨਮੁਖ ਕੀਤੇ ਆ, ਜਿਹਦੇ ਵਿੱਚ ਸਾਡਾ ਐਡੀਬਲ ਪੰਪਕਿਨ ਸੀਡ ਹੈ ਜੀ, ਜਿਹੜੀ PAU ਦੀ ਵੈਰਾਈਟੀ ਆ, ਉਹਨਾਂ ਨੇ ਉਹ ਪ੍ਰੋਕਿਓਰ ਕੀਤਾ ਸਾਡੇ ਫਾਰਮਰਸ ਤੋਂ, ਪ੍ਰੋਕਿਓਰ ਕਰਕੇ ਉਹਨੂੰ ਸ਼ੱਕਰ ਦੇ ਨਾਲ ਮਿਲਾ ਕੇ ਤੇ ਉਹ ਉਹਨਾਂ ਨੇ ਵੇਰੀਐਂਟ ਕੱਢਿਆ। ਬਹੁਤ ਸਕਸੈਸ ਹੋ ਰਿਹਾ ਜੀ ਵੇਰੀਐਂਟ, ਹੌਲੀ ਐਮਾਜ਼ੋਨ ਤੇ ਵੀ ਉਹ ਪ੍ਰੈਜ਼ੈਂਟ ਆ। ਦੇਖੋ, ਜੇ ਮੈਂ ਉਦਾਹਰਨ ਆ ਇੱਥੇ ਐਮਾਜ਼ੋਨ ਦੀ ਸ਼ੇਅਰ ਕਰ ਰਿਹਾ ਤਾਂ ਮਤਲਬ ਇਹ ਹੈ ਕਿ ਸਾਡੇ ਨੌਜਵਾਨ ਟ੍ਰੇਡ ਤੱਕ ਵੀ ਪਹੁੰਚ ਗਏ ਹੋਇਆ। ਅਸੀਂ ਉਹਨਾਂ ਨੂੰ ਸਿਖਲਾਈ ਦਿੱਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅੰਬਰੇਲਾ ਬਹੁਤ ਵੱਡਾ ਅੰਬਰੇਲਾ, ਇਹਦੇ ਥੱਲੇ ਜਦੋਂ ਸਿਖਲਾਈ ਲੈ ਕੇ ਇਹੋ ਜਿਹੇ ਕੰਮ ਕਰਦੇ ਆ ਤਾਂ ਉਹ ਜਿਹੜੇ ਦੂਜੇ ਨੌਜਵਾਨਾਂ ਨੂੰ ਆਕਰਸ਼ਿਤ ਕਰਦੇ ਆ। ਸੋ ਇਸ ਜਰੀਏ ਮੈਂ 2 ਐਗਜ਼ਾਮਪਲਸ ਤਾਂ ਸ਼ੇਅਰ ਕੀਤੀਆਂ, ਸਮੇਂ ਦੀ ਆਪਣੇ ਕੋਲੇ ਘਾਟ ਨਹੀਂ, ਤਾਂ ਉਦਾਹਰਨਾਂ ਦਾ ਦੇਖੋ ਉਦਾਹਰਨਾਂ ਸਾਡੇ ਕੋਲੇ ਕਿੰਨੀ ਵਧੀਆ। ਡਾਕਟਰ ਸਾਹਿਬ ਕੁਝ ਉਦਾਹਰਨਾਂ ਕੁਝ ਵੀ ਆ ਜਿਹੜੇ ਉਹ ਤੁਹਾਡੇ ਵਿੱਚੋਂ ਹੀ ਸਾਥੀ ਨੇ ਜਿਨ੍ਹਾਂ ਨੇ ਇਹ ਇੱਕ ਮਿਸਾਲ ਕਾਇਮ ਕੀਤੀ ਹੈ। ਡਾਕਟਰ ਸਾਹਿਬ ਦੀ ਪੁਰਾਣੀ ਜਿਹੜੀ ਗੱਲ ਤੁਸੀਂ ਜਿਹੜੀ ਕਹੀ ਨਾ ਵੀ ਹਾਂ, ਇੱਕ ਤੁਹਾਡੇ ਅੰਦਰ ਜਜ਼ਬਾ, ਇੱਕ ਜੋਸ਼, ਉਹ ਚੀਜ਼ ਚਾਹੀਦੀ ਹੈ ਵੀ ਨਵਾਂ ਕੋਈ ਉਦਮ ਆਰੰਭਣ ਦੇ ਲਈ। ਇਹ ਤੋਂ ਪਹਿਲਾਂ ਵੀ ਸਾਡੇ ਜਿਹੜੇ ਮਾਹਰ ਸੀ ਉਹ ਵੀ ਇਹੀ ਗੱਲ ਕਹਿ ਕੇ ਗਏ ਹੈ, ਪੰਜਾਬ ਦੇ ਨੌਜਵਾਨਾਂ ਕਿਸਾਨਾਂ ਦੇ ਵੱਲ ਆਪਾਂ ਜੇ ਕਿ ਸਾਰਾ ਮੁਲਕ ਹੀ ਪੂਰਾ ਗਲੋਬ ਦੇਖਦਾ ਵੀ ਇਹਨਾਂ ਨੇ ਇਨੀਸ਼ੀਏਟਿਵ ਕੀ ਲਿਆ। ਇਨੀਸ਼ੀਏਟਿਵ ਹਮੇਸ਼ਾ ਇਹੀ ਲੈਂਦੇ ਰਹੇ ਨੇ, ਉਸ ਤੋਂ ਬਾਅਦ ਦੂਜੇ ਉਸ ਨੂੰ ਫਾਲੋ ਕਰਦੇ ਰਹੇ ਆ। ਹੁਣ ਇਹ ਜਿਹੜਾ ਆਪਾਂ ਕਹੀਏ ਨਵਾਂ ਕਨਸੈਪਟ ਹੈ, ਇਹ ਵੀ ਇਹੋ ਜਿਹੀ ਸਥਾਪਕ, ਤੁਸੀਂ ਐਮਾਜ਼ੋਨ ਦੀ ਗੱਲ ਕੀਤੀ ਜਾਂ ਹੋਰ ਉਹਨਾਂ ਥਾਵਾਂ 'ਤੇ ਪਹੁੰਚ ਚੁੱਕੇ ਨੇ। ਇਹ ਪੰਜਾਬ ਦੇ ਸਿਰਫ 2-3 ਜਿਹੜੇ ਤੁਸੀਂ ਸਫਲ ਅੰਬੈਸਡਰ ਗਏ, ਉਹਨਾਂ ਤੋਂ ਇਲਾਵਾ ਇਹ ਕਿੰਨਾ ਕੁ ਰੁਝਾਨ ਹੈ ਜੀ ਲੋਕਾਂ ਦੇ ਵਿੱਚ, ਨੌਜਵਾਨਾਂ ਦੀ ਖਾਸ ਕਰਕੇ ਇਸ ਪਾਸੇ ਜਾਂਦੇ ਨੇ? ਸੋਸ਼ਲ ਮੀਡੀਆ ਦੇ ਜਰੀਏ ਅਸੀਂ ਇਸ ਚੀਜ਼ ਨੂੰ ਕੈਦ ਕਰਕੇ ਰੱਖਿਆ ਹੋਇਆ, ਕਿਉਂਕਿ ਅਸੀਂ ਬੇਸਿਕਲੀ ਚਾਹੁੰਦੇ ਕੀ ਹਾਂ ਕਿ ਵੀ ਅਸੀਂ ਜਿਹੜੇ ਇਹ ਜਿੰਨੇ ਵੀ ਰੋਲ ਮਾਡਲ ਤਿਆਰ ਕੀਤੇ ਆ, ਉਹ ਰੋਲ ਮਾਡਲ ਜਿਹੜੇ ਇੰਟਰੈਕਟ ਕਰਦੇ ਆ ਆਮ ਖੁੱਲੀ ਮੰਡੀ ਦੇ ਵਿੱਚ ਜੀ, ਤੇ ਗਿਣਤੀ ਇਹਨਾਂ ਦੀ ਹਜ਼ਾਰਾਂ ਦੇ ਵਿੱਚ ਆ। ਇਹ ਆਪਣੇ ਬ੍ਰਾਂਡ ਇੰਟਰੋਡਿਊਸ ਕਰਦੇ ਆ, ਖਪਤਕਾਰਾਂ ਦੇ ਝੋਲੀ ਦੇ ਵਿੱਚ ਆਪਣੇ ਤਿਆਰ ਕੀਤੇ ਹੋਏ ਪਦਾਰਥ ਜਿਹੜੇ ਆ ਪਾਉਂਦੇ ਆ, ਮੁਨਾਫਾ ਵੀ ਕਮਾਉਂਦੇ ਆ ਤੇ ਨਾਲ ਇੰਪਲੋਇਮੈਂਟ ਓਪਰਚੁਨਿਟੀਜ਼ ਵੀ ਜਨਰੇਟ ਕਰਦੇ ਆ। ਠੀਕ ਹੈ। ਸੋ ਮੈਨੂੰ ਲੱਗਦਾ ਕਿ ਹਰੇਕ ਖਿੱਤੇ ਦੇ ਵਿੱਚ, ਭਾਵੇਂ ਉਹ ਖੁੰਭਾਂ ਦਾ ਖਿੱਤਾ ਹੋਵੇ, ਭਾਵੇਂ ਉਹ ਆਪਣੇ ਆਮ ਟ੍ਰੈਡੀਸ਼ਨਲ ਕ੍ਰੌਪਸ ਹੋਣ, ਭਾਵੇਂ ਉਹ ਵੈਜੀਟੇਬਲਸ ਤੇ ਫਰੂਟਸ ਦੀ ਕਲਟੀਵੇਸ਼ਨ ਵਾਲੇ ਲੋਕ ਹੋਣ, ਪਿਕਲ, ਜੈਮ, ਜੈਲੀ, ਸਕੁਐਸ਼ਿਸ,
ਸਾਡੇ ਕੋਲੇ ਸੈਲਫ ਹੈਲਪ ਗਰੁੱਪ ਐਫਪੀਓਜ਼ ਤਕਰੀਬਨ ਤਰ੍ਹਾਂ ਦੇ ਸਾਡੇ ਕੋਲੇ ਜਿਹੜੇ ਆ ਉਹ ਗਰੁੱਪ ਹੈਗੇ ਆ ਜੀ ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ। ਖਾਸ ਕਰਕੇ ਇੱਥੇ ਮੈਂ ਗਰੁੱਪ ਦੀ ਉਦਾਹਰਨ ਦੇਣਾ ਚਾਹੂੰਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਟ੍ਰੇਨਡ ਗਰੁੱਪ ਹੈ ਜੀ KKNS ਗਰੁੱਪ ਫਤਿਹਗੜ੍ਹ ਸਾਹਿਬ ਬਹੁਤ ਪਿੰਡ ਹੈ ਜੀ। ਨਿਰਮਲ ਸਿੰਘ ਨਾਮ ਦਾ ਇਨਸਾਨ ਹੈ, ਉਹਦੀ ਰਹਿਨਮਾਈ ਦੇ ਹੇਠ KKNS ਗਰੁੱਪ ਚੱਲ ਰਿਹਾ। 45 ਪ੍ਰੋਡਕਟਸ ਇੰਟਰੋਡਿਊਸ ਕੀਤੇ ਜੀ। ਖੁਦ ਆਪ ਡਾਇਰੈਕਟ ਸੈਲਿੰਗ ਕਰਦੇ ਆ। ਸੋ ਡਾਇਰੈਕਟ ਸੈਲਿੰਗ ਕਰਕੇ ਜਿਹੜਾ ਵੀ ਪ੍ਰੋਫਿਟ ਕਮਾਉਂਦੇ ਆ ਉਹ ਸਾਰਾ ਪ੍ਰੋਫਿਟ ਸ਼ੇਅਰਿੰਗ ਹੁੰਦੀ ਹੈ ਜਿੰਨੇ ਵੀ ਉਹਦੇ ਮੈਂਬਰਸ ਹੁੰਦੇ ਆ। ਬਾਕੀ ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ਡ ਗਰੁੱਪ ਚੱਲ ਰਿਹਾ। ਗਲੋਬਲ ਸੈਲਫ ਹੈਲਪ ਗਰੁੱਪ ਗਲੋਬਲ FPO ਚੱਲ ਰਹੀ ਹੈ ਜੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਤਿਆਰੀ ਕੀਤੀ ਉਹਨਾਂ ਨੇ। ਇੱਥੋਂ ਤਿਆਰੀ ਕਰਕੇ ਸੰਗਠਿਤ ਹੋ ਕੇ ਬਹੁਤ ਵਸਤੂਆਂ ਤਕਰੀਬਨ 30 ਦੇ ਕਰੀਬ ਉਹਨਾਂ ਕੋਲੇ ਵਸਤੂਆਂ, ਮੱਕੀ ਦੀ ਰੋਟੀ ਸਰੋਂ ਦਾ ਸਾਗ ਪਰੋਸਦੇ ਆ ਖਪਤਕਾਰਾਂ ਨੂੰ। ਬ੍ਰਾਂਡਿੰਗ ਕਰਨ ਜਾ ਰਹੇ ਹਾਂ ਅਸੀਂ ਮੱਕੀ ਦੀ ਰੋਟੀ ਸਰੋਂ ਦੇ ਸਾਗ ਦੀ। ਪਿੰਨੀਆਂ ਜੋ ਵੀ ਤੁਸੀਂ ਸੋਚ ਸਕਦੇ ਹੋ ਜੀ ਪਦਾਰਥ ਖਾਣ ਪੀਣ ਦੇ, ਸੀਜ਼ਨਲ ਪਦਾਰਥ ਖਾਣ ਪੀਣ ਦੇ, ਉਹ ਖਪਤਕਾਰ ਨੂੰ ਮੁਹੱਈਆ ਕਰਾਉਂਦੇ ਆ। ਉਹ ਬਹੁਤ ਲੋਕ ਉਹਨਾਂ ਨਾਲ ਸੰਗਠਿਤ ਹੋ ਰਹੇ ਆ। ਹੌਲੀ ਹੌਲੀ ਉਹਨਾਂ ਨੂੰ ਦੇਖ ਕੇ ਹੋਰ ਗਰੁੱਪ ਆਪਣਾ ਸਿਰ ਕੱਢ ਰਹੇ ਆ ਤੇ ਡੈਫੀਨੇਟਲੀ ਉਹ ਪੰਜਾਬ ਦੀ ਜਿਹੜੀ ਇਸ ਖਿੱਤੇ ਦੀ ਪੂਰਤੀ ਹੈ ਜਿਹੜੀ ਉਹ ਸੈਲਫ ਹੈਲਪ ਗਰੁੱਪ ਤੇ FPOs ਕਰ ਰਿਹਾ। ਇੱਕ ਮੈਂ ਉਦਾਹਰਨ ਦੇਣੀ ਚਾਹੂੰਗਾ ਜੀ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੀ ਵੜਿੰਗਖੇੜਾ ਪਿੰਡ ਹੈ ਜੀ। ਉੱਥੋਂ ਦੇ ਨੌਜਵਾਨਾਂ ਨੇ ਉਦਮ ਕੀਤਾ, ਜੋ ਵੀ ਉਹ ਪੈਦਾ ਕਰਦੇ ਆ ਪਿੰਡ ਦੇ ਵਿੱਚ ਸਾਰਾ ਪ੍ਰੋਸੈਸ ਕਰਕੇ ਖਪਤਕਾਰਾਂ ਨੂੰ ਸਿੱਧਾ ਆਪੜਦਾ ਕਰਦੇ ਆ। ਜਦੋਂ ਉਹ ਪਹੁੰਚ ਕਰਦੇ ਆ ਖਪਤਕਾਰਾਂ ਤੱਕ ਤਾਂ ਮੁਨਾਫੇ ਦੇ ਵਿੱਚ ਇੱਕ ਤਾਂ ਮਿਡਲਮੈਨ ਨਹੀਂ ਰਹਿੰਦਾ ਜੀ, ਮੁਨਾਫੇ ਦੇ ਵਿੱਚ ਤਾਂ ਇਜ਼ਾਫਾ ਹੁੰਦਾ। ਪਲੱਸ ਉਸ ਪਿੰਡ ਦੇ ਨੌਜਵਾਨ ਜਿਹੜੇ ਆ ਉਹ ਸਾਰੇ ਰੁੱਝੇ ਹੋਏ ਆ ਖੇਤੀ ਵਪਾਰ ਦੇ ਵਿੱਚ, ਖੇਤੀਬਾੜੀ ਦੇ ਵਿੱਚ, ਤੇ ਉਹ ਪਿੰਡ ਨੂੰ ਸੁੱਖ ਤਾਂ ਦੇ ਰਹੀ ਆ, ਸੂਬੇ ਨੂੰ ਵੀ ਜਿਹੜਾ ਉਹ ਸੁੱਖ ਪ੍ਰਦਾਨ ਕਰ ਰਿਹਾ ਜੀ। ਡਾਕਟਰ ਸਾਹਿਬ ਜਿਵੇਂ ਲਾਈਵ ਪ੍ਰੋਗਰਾਮ ਹੈ ਬਈ ਕਾਫੀ ਸਾਡੇ ਨੌਜਵਾਨ ਵੇਖ ਰਹੇ। ਡਾਕਟਰ ਵਰਿੰਦਰ ਕੁਮਾਰ ਭਮੋਟਾ ਜੀ ਜੁੜ ਚੁੱਕੇ ਨੇ, ਖੰਨਾ ਜੀ ਸਾਡੇ ਨਾਲ ਪਹਿਲਾਂ ਹੀ ਜੁੜੇ ਹੋਏ ਸੀ। ਤੁਸੀਂ ਜਿਵੇਂ ਗਰੁੱਪ ਦੀ ਗੱਲ ਕਰਦੇ ਸੀਗੇ, ਗਰੁੱਪ ਦੇ ਜਿਵੇਂ ਇਕੱਲਾ ਦਾ ਰੁੱਖ ਵੀ ਨਹੀਂ ਕਰਦੇ ਸੋਭਦਾ, ਤੇ ਜਦੋਂ ਆਪਾਂ ਗਰੁੱਪ 'ਚ ਮੂਵ ਕਰਨ ਦੀ ਲੋੜ ਤਾਂ ਹੈ ਕਿਉਂਕਿ ਆਪਾਂ ਜੇ ਕਹੀਏ ਮੰਡੀ ਵਿੱਚ ਕਾਰਖਾਨੇ ਵਾਲੇ ਸਾਰੇ ਉਹ ਸਾਰੇ ਇੱਕ ਗਰੁੱਪ ਨੇ, ਗਰੁੱਪ ਬਣਾਈ ਬੈਠੇ। ਤੇ ਜੇ ਗਰੁੱਪ ਬਣਾ ਕੇ ਆਪਾਂ ਮੂਵ ਕਰਦੇ ਹਾਂ ਉਹਦੇ ਨਾਲ ਕਿੰਨਾ ਕੁ ਮੁਨਾਫਾ ਜਾਂ ਆਪਾਂ ਕਹੀਏ ਵੀ ਹਾਂ ਸਮਾਜਿਕ ਤੌਰ ਤੇ ਆਪਾਂ ਨੂੰ ਕਿੰਨਾ ਕੁ ਵਾਧਾ ਹੁੰਦਾ, ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੇਖੋ ਜੀ। ਅਸੀਂ ਸ਼ੁਰੂ ਤੋਂ ਆਪਣੀ ਜਵਾਨੀ ਮਾਣੀ ਇਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ, ਤੇ ਅਸੀਂ ਗਰੁੱਪ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਰਹੇ। ਅਸੀਂ ਖਿਡਾਰੀ ਵੀ ਉਸ ਖੇਡਦੇ ਰਹੇ ਜਿੱਥੇ ਟੀਮ ਗੇਮ ਮੰਨੀ ਹੋਈ ਫਾਸਟੈਸਟ ਗੇਮ ਆਫ ਜਿਹੜੀ ਸਪੋਰਟਸ ਦੇ ਵਿੱਚ ਫਾਸਟੈਸਟ ਸਪੋਰਟ ਆ, ਅਸੀਂ ਉਹ ਖੇਡਦੇ ਰਹੇ। ਤਾਂ ਉੱਥੋਂ ਅਸੀਂ ਇਹ ਗ੍ਰਹਿਣ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਟ੍ਰੇਨਿੰਗ ਦੇ ਤਹਿਤ ਕਿ ਜਦੋਂ ਅਸੀਂ ਕਮੋਡਿਟੀ ਗਰੁੱਪਸ ਬਣਾ ਲੈਂਦੇ ਹਾਂ, ਕਿਉਂਕਿ ਇਹ ਇੱਕ ਇਹੋ ਜਿਹਾ ਖਿੱਤਾ ਜਦੋਂ ਅਸੀਂ ਕਮੋਡਿਟੀ ਗਰੁੱਪਸ ਬਣਾ ਲੈਂਦੇ ਹਾਂ ਤਾਂ ਅਸੀਂ ਆਪਣੇ ਆਪ ਦੇ ਵਿੱਚ ਤਾਂ ਇੰਪਰੂਵ ਕਰਦੇ ਹੀ ਹਾਂ ਇੰਡੀਵਿਜੂਅਲੀ ਤੌਰ ਤੇ, ਉਹ ਕਮੋਡਿਟੀ ਵੀ ਗਰੋ ਕਰਦੀ ਹੈ। ਜਿੱਦਾਂ ਸਾਡੇ ਕੋਲੇ ਬੀ ਕੀਪਰਸ ਐਸੋਸੀਏਸ਼ਨ ਆ, ਮਸ਼ਰੂਮ ਗਰੋਅਰਸ ਐਸੋਸੀਏਸ਼ਨ ਆ, ਵੈਜੀਟੇਬਲ ਫਰੂਟ ਗਰੋਅਰਸ ਐਸੋਸੀਏਸ਼ਨ ਆ। ਸਾਡੇ ਕੋਲੇ ਹਾਈਡਰੋਪੋਨਿਕਸ ਵਾਲੇ ਜਿਹੜੇ ਭਾਵੇਂ ਚੁਣਿੰਦਾ ਹੀ ਲੋਕ ਆ, ਪ੍ਰੋਟੈਕਟਡ ਕਲਟੀਵੇਸ਼ਨ ਵਾਲੇ ਭਾਵੇਂ ਪੰਜਾਬ ਦੇ ਵਿੱਚ ਚੁਣਿੰਦਾ ਲੋਕ ਆ, ਉਹ ਸੋਸ਼ਲ ਮੀਡੀਆ ਦੇ ਵਿੱਚ ਸਾਡੇ WhatsApp ਗਰੁੱਪ ਦੇ ਵਿੱਚ ਪਰੋਏ ਹੋਏ ਆ। ਉਹਨਾਂ ਦੀਆਂ ਸਮੱਸਿਆਵਾਂ ਜੋ ਉਹ ਡਿਸਕਸ ਕਰਦੇ ਆ, ਕੁਐਸਚਨ ਕਰਦੇ ਆ, ਉਹਨਾਂ ਦੇ ਆਨਸਰ ਜਿਹੜੇ ਆ ਐਕਸਪਰਟ ਜਦੋਂ ਉਹਨਾਂ ਨੂੰ ਦਿੰਦੇ ਆ ਤਾਂ ਕਮੋਡਿਟੀ ਗਰੋ ਹੁੰਦੀ ਹੈ ਜੀ। ਜਿੱਦਾਂ ਆਪਾਂ ਉਦਾਹਰਨ ਦੇ ਰੂਪ 'ਚ ਲੈ ਕੇ ਦੱਸਣਾ ਚਾਹੂੰਗਾ ਇੱਥੇ ਨੌਜਵਾਨਾਂ ਨੂੰ ਖਾਸ ਕਰਕੇ ਸੁਨੇਹੇ ਦੇ ਰੂਪ ਦੇ ਵਿੱਚ ਕਿ ਕ੍ਰਿਕਟ ਗਰੋ ਕਰਦੀ ਹੈ ਜਦੋਂ ਪਲੇਅਰ ਕ੍ਰਿਕਟ ਖੇਡਦੇ ਆ। ਉੱਦਾਂ ਹੀ ਜਦੋਂ ਅਸੀਂ ਕਿਸੇ ਕਮੋਡਿਟੀ ਦੇ ਵਿੱਚ ਕੰਪੀਟੀਸ਼ਨ ਪੈਦਾ ਕਰਦੇ ਹਾਂ ਤਾਂ ਉਹ ਕਮੋਡਿਟੀ ਗਰੋ ਕਰਦੀ ਆ। ਖੁੰਭਾਂ ਦੇ ਖੇਤਰ ਦੇ ਵਿੱਚ ਖੁੰਭਾਂ ਗਰੋ ਕਰਦੀਆਂ, ਉਹਦੇ ਵਿੱਚ ਸਾਡੀ ਜਿਹੜੀ ਕੁਐਸਚਨਿੰਗ ਹੁੰਦੀ ਆ ਨਾ ਜੀ ਉਹ ਕਮੋਡਿਟੀ ਸਪੈਸੀਫਿਕ ਹੁੰਦੀ ਆ। ਸੋ ਅਸੀਂ ਉਹਨਾਂ ਨੂੰ ਤਰੀਕੇ ਦੱਸਦੇ ਹਾਂ, ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਪੈਕੇਜਿੰਗ ਕਿਵੇਂ ਕਰਨੀ ਆ, ਸੁਖਾਵੀ ਪੈਕੇਜਿੰਗ ਕਿਵੇਂ ਕਰਨੀ ਆ ਜਿਹੜੀ ਕਿ ਵਸਤੂ ਨੂੰ ਪ੍ਰੋਟੈਕਟ ਕਰ ਸਕੇ, ਖਪਤਕਾਰ ਤੱਕ ਪਹੁੰਚ ਕਰ ਸਕੇ ਤੇ ਖਪਤਕਾਰ ਦੇ ਜਿਹੜੇ ਕਿਚਨ ਦੇ ਵਿੱਚ ਵੀ ਉਹ ਸ਼ੈਲਫ ਦੇ ਉੱਤੇ 5 ਜਾਂ 7 ਦਿਨ ਜਿੰਨੀ ਵੀ ਉਹਦੀ ਉਮਰ ਹੈ ਉਹ ਉੱਥੇ ਵਧੀਆ ਆਪਣੀ ਉਮਰ ਬਤੀਤ ਕਰ ਸਕੇ ਤੇ ਖਪਤਕਾਰ ਉਹਨੂੰ ਵਰਤਣ ਲੱਗੇ ਖੁਸ਼ੀ ਮਹਿਸੂਸ ਕਰੇ ਕਿ ਮੈਂ ਇੱਕ ਵਧੀਆ ਪਦਾਰਥ ਜਿਹੜਾ ਉਹ ਵਰਤ ਰਿਹਾ। ਸੋ ਕੁੱਲ ਮਿਲਾ ਕੇ ਮੂਲ ਰੂਪ ਦੇ ਵਿੱਚ ਇੱਕ ਬੈਲੈਂਸ ਕ੍ਰੀਏਟ ਕੀਤਾ ਹੋਇਆ ਕਮੋਡਿਟੀ ਗਰੁੱਪਸ ਦੇ ਥਰੂ। ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਮੋਡਿਟੀ ਗਰੁੱਪਸ ਦੀ ਹੈਂਡਲਿੰਗ ਅਸੀਂ ਹੋਰ ਐਫੀਸ਼ੀਐਂਸੀ ਦੇ ਵਿੱਚ ਅਸੀਂ ਆਪਣੀ ਵਾਧਾ ਕਰਾਂਗੇ ਤਾਂ ਉਹ ਕਮੋਡਿਟੀ ਦੇ ਵਿੱਚ ਜਦੋਂ ਅਸੀਂ ਡੀਲ ਕਰਾਂਗੇ ਜਿੱਦਾਂ ਪਲਸਿਸ ਹੈ, ਜਦੋਂ ਅਸੀਂ ਉਹਨਾਂ ਦੇ ਆਇਲ ਸੀਡ ਕ੍ਰੌਪਸ ਆ, ਅਸੀਂ ਜਦੋਂ ਉਹਨਾਂ ਨੂੰ ਇੱਕ ਛੱਤ ਥੱਲੇ ਸਾਰੇ ਪੈਦਾਵਾਰ ਕਰਨ ਵਾਲਿਆਂ ਨੂੰ ਇਕੱਠੇ ਕਰਾਂਗੇ, ਉਹਨਾਂ ਨੂੰ ਉਤਸ਼ਾਹਿਤ ਕਰਾਂਗੇ ਪ੍ਰੋਸੈਸ ਕਰਕੇ ਸਿੱਧਾ ਮੰਡੀਕਰਨ ਕਰੋ ਖਪਤਕਾਰ ਦੀ ਜ਼ਰੂਰਤ ਨੂੰ ਸਮਝ ਕੇ, ਤਾਂ ਮੈਨੂੰ ਲੱਗਦਾ ਕੋਈ ਦੋ ਰਾਏ ਨਹੀਂ ਹੈ ਕਿ ਅਸੀਂ ਤਰੱਕੀ ਨਹੀਂ ਕਰ ਪਾਵਾਂਗੇ। ਇਹ ਦੁਨੀਆ ਦਾ ਦਸਤੂਰ ਹੈ। ਜਿਹੜੇ ਵੀ ਖਿੱਤਿਆਂ ਦੇ ਵਿੱਚ ਤਰੱਕੀ ਹੋਈ ਆ ਉਸ ਖਿੱਤਿਆਂ ਨੇ ਕਮੋਡਿਟੀ ਨੂੰ ਹੈਂਡਲ ਕੀਤਾ ਤਾਂ ਹੀ ਤਰੱਕੀ ਹੋਈ। ਜਿੱਦਾਂ ਕੈਲੀਫੋਰਨੀਆ ਆਲਮੰਡ ਗਰੋਅਰ ਐਸੋਸੀਏਸ਼ਨ ਆ, ਅਸੀਂ ਵੀ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੀ ਜਿਹੜੀ ਆ ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਉਸ ਮਾਪਦੰਡਾਂ ਤੇ ਹੀ ਕੰਮ ਕਰ ਰਹੀ ਆ। ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਐਸੋਸੀਏਸ਼ਨਸ ਜਿਹੜੀਆਂ ਉੱਭਰਵੀਆਂ ਐਸੋਸੀਏਸ਼ਨਸ ਆ ਉਹ ਵੀ ਇਸ ਲੈਵਲ ਤੱਕ ਪਹੁੰਚਣਗੀਆਂ, ਤਰੱਕੀ ਦੇ ਰਾਹਾਂ ਤੇ ਚੱਲਣਗੀਆਂ, ਨੌਜਵਾਨਾਂ ਨੂੰ ਆਪਣੇ ਨਾਲ ਸਮੇਟਣਗੀਆਂ। ਸਮੇਟ ਕੇ ਅਸੀਂ ਇਕੱਠੇ ਹੋ ਕੇ ਜਦੋਂ ਕਾਰਵਾਂ ਬਣਾਵਾਂਗੇ ਚੱਲਾਂਗੇ ਤਾਂ ਮੈਨੂੰ ਲੱਗਦਾ ਕਿ ਮੁਨਾਫੇ 'ਚ ਇਜ਼ਾਫਾ ਤਾਂ ਹੋਣਾ ਹੀ ਹੋਣਾ। ਸਾਡਾ ਜਿਹੜਾ ਸੂਬਾ ਉਹ ਖੁਸ਼ਹਾਲ ਹੋਊਗਾ, ਐਮਪਲੋਇਮੈਂਟ ਓਪਰਚੁਨਿਟੀਜ਼ ਜਨਰੇਟ ਹੋਣਗੀਆਂ। ਇੱਥੇ ਇਸ ਖਿੱਤੇ ਦੇ ਵਿੱਚ ਹੀ ਸਾਰਾ ਕੁਝ ਅਸੀਂ ਆਪ ਹੰਢਾ ਸਕਾਂਗੇ। ਦੇਖੋ ਕਿੱਡੀ ਖੂਬਸੂਰਤ ਚੀਜ਼ ਹੈ। MBA ਦੇ ਗੁਰ ਡਾਕਟਰ ਸਾਹਿਬ ਨੇ ਦੱਸੇ ਨੇ ਵੀ ਮੈਨੇਜਮੈਂਟ ਦੇ ਜੀ ਆਪਾਂ ਵਪਾਰ ਨੂੰ ਮੈਨੇਜ ਕਿਵੇਂ ਕਰਨਾ। ਜੇ ਇੱਕ ਖਿੱਤਾ ਜੇ ਉਹਦੇ 'ਚ ਕੋਈ ਜ਼ਿਲ੍ਹਾ, ਕਸਬਾ, ਸ਼ਹਿਰ ਜੇ ਮੰਨ ਲਓ
ਡੇਅਰੀਵਾਲ ਪਿੰਡ ਦੀ ਗੱਲ ਕਰਦੇ ਆ, ਅੰਮ੍ਰਿਤਸਰ ਵਾਲੇ ਪਾਸੇ ਆ, ਉਹ ਸਾਰਾ ਦਾ ਸਾਰਾ ਪਿੰਡ ਖੁੰਭਾਂ ਵਾਲੇ ਪਾਸੇ ਵੀ ਆ, ਉਸ ਪਾਸੇ ਲੱਗਾ। ਹੁਣ ਕੋਈ ਜ਼ਿਲ੍ਹਾ, ਕੋਈ ਸਟੇਟ, ਕੋਈ ਸੂਬਾ ਹੈ ਨਾ, ਕੋਈ ਕੰਟਰੀ, ਉਹ ਥੋੜਾ ਜ਼ੂਮ ਇਨ ਜ਼ੂਮ ਆਊਟ ਕਰਨ ਦੀ ਲੋੜ ਹੈ। ਜੇ ਉਹ ਪ੍ਰਫੁੱਲਤ ਹੁੰਦਾ ਤਾਂ ਸਾਰਾ ਹੀ ਪ੍ਰਫੁੱਲਤ ਹੁੰਦਾ ਹੈ ਜੀ। ਉਹ ਚੀਜ਼ ਬਹੁਤ ਜ਼ਰੂਰੀ ਆ। ਉਹ ਬਿਜ਼ਨਸ ਵਪਾਰ ਦਾ ਇੱਕ ਬੜਾ ਵਧੀਆ ਗੁਣ ਹੈ। ਤੇ ਜੇ ਆਪਾਂ ਇਕੱਠੇ ਹੋ ਕੇ ਚੱਲਾਂਗੇ, ਇੱਕ ਦੂਜੇ ਦੇ ਨਾਲ ਸਗੋਂ ਪੂਰਕ ਹੋਵਾਂਗੇ, ਤਾਂ ਉਹਦੇ ਨਾਲ ਤੁਸੀਂ ਉਸ ਕਮੋਡਿਟੀ ਨੂੰ ਉਹਦਾ ਵਿਸਥਾਰ ਹੁੰਦਾ ਹੈ, ਉਸ ਸ਼ਹਿਰ ਦਾ, ਉਸ ਕਸਬੇ ਦਾ ਆਪਾਂ ਕਹੀਏ, ਉਹ ਵਿਸਥਾਰ ਕਰਨ ਦੇ ਲਈ ਬੜੀ ਖੂਬਸੂਰਤ ਚੀਜ਼ ਦੱਸੀ ਹੈ। ਡਾਕਟਰ ਸਾਹਿਬ, ਜਾਂਦੇ ਵਕਤ ਤੁਸੀਂ ਇੱਕ ਇਹ ਚੀਜ਼ ਦੱਸਿਓ, ਤੁਹਾਡਾ ਫੋਨ ਨੰਬਰ ਤਾਂ ਲੈਣਾ ਹੀ ਹੈ ਇਸ ਚੀਜ਼ ਦੇ ਲਈ, ਕਿਉਂਕਿ ਹੁਣ ਜਿਹੜਾ ਮੀਡੀਆ ਦਾ ਵੀ ਰੂਪ ਬਦਲ ਰਿਹਾ, ਇਹਦੇ ਸੋਸ਼ਲ ਮੀਡੀਆ ਦਾ ਕਿੰਨਾ ਕੁ ਐਕਟਿਵ ਰੋਲ ਹੈ ਜੀ ਅੱਜ ਕੱਲ੍ਹ ਦੇ ਸਮੇਂ 'ਚ? ਦੇਖੋ ਜੀ, ਵਾਲੰਟੀਅਰ ਹੋਣ ਦੇ ਨਾਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਨੁਮਾਇੰਦਾ ਹੋਣ ਦੇ ਨਾਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ, ਤੇ ਆਪਣੇ ਆਪ ਨੂੰ ਵਾਲੰਟੀਅਰ ਕੀਤਾ ਹੋਇਆ ਅਸੀਂ ਇੱਕ ਨੈਪੀਅਰ NEPPIR ਨਾਮ ਦਾ ਇੱਕ ਪ੍ਰੋਜੈਕਟ, ਸੋਸ਼ਲ ਮੀਡੀਆ ਪ੍ਰੋਜੈਕਟ ਆਪ ਮੁਹਾਰੇ ਸ਼ੁਰੂ ਕੀਤਾ। ਉਹਦੇ ਵਿੱਚ ਅਸੀਂ ਜਿੰਨੇ ਕਮੋਡਿਟੀ ਗਰੁੱਪਸ ਬਣਾਏ ਹੋਏ ਆ, ਉਹਦੇ ਵਿੱਚ ਜਿਹੜੇ ਵੀ ਲੋਕ ਇੰਟਰਸਟ ਲੈਂਦੇ ਆ, ਅਸੀਂ ਉਸ ਇੰਟਰਸਟ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੂੰ ਆਪਣੇ WhatsApp ਗਰੁੱਪਸ ਦੇ ਵਿੱਚ ਪ੍ਰੋ ਲੈਂਦੇ ਆ। ਸਾਡੇ ਕੋਲੇ Facebook ਪੇਜਸ ਵੀ ਆ, ਸਾਡੇ ਕੋਲੇ Facebook ਗਰੁੱਪਸ ਵੀ ਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ Facebook ਪੇਜ ਵੀ ਆ, ਉੱਥੋਂ ਵੀ ਅਸੀਂ ਕੁਛ ਨਾ ਕੁਛ ਗ੍ਰਹਿਣ ਕਰਦੇ ਹਾਂ। ਅਤੇ ਉਹ ਜਿਹੜੀ ਚੀਜ਼ ਅਸੀਂ ਖਿੱਚ ਲੈਂਦੇ ਹਾਂ, ਉਹ ਜਿਹੜੇ ਉੱਦਮੀ ਆ, ਉਹ ਜਦੋਂ ਸਾਨੂੰ ਸੰਪਰਕ ਕਰਦੇ ਆ, ਅਸੀਂ ਉਹਨਾਂ ਨੂੰ ਵਿੱਚ ਜੋੜ ਲੈਂਦੇ ਹਾਂ। ਇਸ ਤੋਂ ਇਲਾਵਾ ਸਾਡਾ ਆਪਣਾ, ਮੈਂ ਐਜ਼ ਏ ਫੈਕਲਟੀ ਮੈਂਬਰ ਆਪਣਾ ਵੀ YouTube ਚੈਨਲ ਸ਼ੁਰੂ ਕੀਤਾ ਹੋਇਆ। ਪੰਜਾਬ ਖੇਤੀਬਾੜੀ ਦਾ YouTube ਚੈਨਲ ਦਾ ਬਹੁਤ ਖੂਬੀ ਤਰੱਕੀ ਦੇ ਰਾਹਾਂ 'ਤੇ ਆ। ਅਤੇ ਸਾਡਾ ਚੈਨਲ ਡਾਕਟਰ ਰਮਨਦੀਪ ਸਿੰਘ ਪਾਓਗੇ ਤਾਂ ਉੱਥੇ ਸਾਡੇ ਵਿਚਾਰ ਜਿਹੜੇ ਅਸੀਂ ਪਰੋ ਕੇ 2 ਮਿੰਟ ਤੋਂ ਲੈ ਕੇ 30 ਮਿੰਟ ਤੱਕ ਦੀਆਂ ਵੀਡੀਓਜ਼ ਬਣਾ ਕੇ, ਜਿੱਥੇ ਵੀ ਅਸੀਂ ਕਿਤੇ ਮੀਡੀਆ ਦੇ ਵਿੱਚ ਆਪਣੀਆਂ ਰਿਪੋਰਟਸ ਦਿੰਦੇ ਹਾਂ, ਉਹ ਰਿਪੋਰਟਸ ਨੂੰ ਉੱਥੇ ਪਰੋ ਕੇ ਰੱਖਿਆ ਹੋਇਆ, ਤਾਂ ਜੋ ਜਿਹੜੇ ਉੱਦਮੀ, ਜਿਹੜੇ ਪੋਟੈਂਸ਼ੀਅਲ ਐਗਰੀਪ੍ਰੈਨਿਓਰਸ ਆ, ਜਾਂ ਜਿਹੜੇ ਉੱਦਮੀ ਆ, ਜਿਹੜੇ ਕੁਛ ਨਵਾਂ ਕਰਨਾ ਚਾਹੁੰਦੇ ਆ, ਮੰਡੀਕਰਨ ਦੇ ਰਾਹਾਂ 'ਤੇ ਤੁਰਨਾ ਚਾਹੁੰਦੇ ਆ, ਪ੍ਰੋਸੈਸਿੰਗ ਦੇ ਰਾਹਾਂ 'ਤੇ ਤੁਰਨਾ ਚਾਹੁੰਦੇ ਆ, ਖਪਤਕਾਰਾਂ ਦੀ ਜ਼ਰੂਰਤ ਨੂੰ ਸਮਝ ਕੇ ਵਸਤੂਆਂ ਮੁਹੱਈਆ ਕਰਾਉਣਾ ਚਾਹੁੰਦੇ ਆ, ਮੁਨਾਫੇ 'ਚ ਇਜ਼ਾਫਾ ਚਾਹੁੰਦੇ ਆ, ਉਹ ਸਾਡੇ ਨਾਲ ਜੁੜ ਸਕਦੇ ਆ। 98 140 19 470। ਮੈਂ ਰਿਪੀਟ ਕਰਦਾ, 98 140 19 470 ਮੇਰਾ ਮੋਬਾਈਲ ਨੰਬਰ ਹੈ ਜੀ। ਇਹਦੇ 'ਤੇ ਤੁਸੀਂ WhatsApp ਮੈਸੇਜ ਲਿਖੋਗੇ, ਕਿਹੜੀ ਕਮੋਡਿਟੀ ਦੇ ਵਿੱਚ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ, ਮੈਸੇਜ ਦੇ ਵਿੱਚ ਲਿਖੋ, ਅਸੀਂ ਤੁਹਾਨੂੰ ਉਸ ਕਮੋਡਿਟੀ ਗਰੁੱਪ ਦੇ ਵਿੱਚ ਜੋੜ ਲਾਂਗੇ। ਉਹਦੇ ਵਿੱਚ ਤੁਹਾਡੇ ਸੀਨੀਅਰ ਬੈਠੇ ਹੋਣਗੇ, ਉਹ ਵੀ ਤੁਹਾਨੂੰ ਰਾਹੇ ਬਗਾਹੇ ਮਦਦ ਕਰਨਗੇ। ਐਕਸਪਰਟ ਵੀ ਬੈਠੇ ਹੋਣਗੇ, ਉਹ ਤੁਹਾਨੂੰ ਰਾਹੇ ਬਗਾਹੇ ਮਦਦ ਕਰਨਗੇ। ਇਹ ਸਾਡਾ ਵਾਲੰਟੀਅਰ ਪ੍ਰੋਜੈਕਟ ਹੈ ਜੀ। ਇਹ ਮੈਂ ਆਪ ਸ਼ੁਰੂ ਕੀਤਾ ਸੀ ਜੀ ਪ੍ਰੋਜੈਕਟ, ਨੈਪੀਅਰ ਪ੍ਰੋਜੈਕਟ ਦਾ ਨਾਮ ਹੈ। ਸਿਰਫ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਕਿ ਵਿੰਡੋ ਜਿਹੜੀ ਆ ਬਹੁਤ ਸੌਖੀ ਹੋ ਜਾਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਿੰਡੋ ਦੇ ਨਾਲ, ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਿੰਡੋ ਤਾਂ ਸਾਰੇ ਸੂਬੇ ਦੇ ਵਿੱਚ ਜਾ ਚੁੱਕੀ ਆ, ਪਹੁੰਚ ਚੁੱਕੀ ਆ, ਘਰ ਘਰ ਪਹੁੰਚ ਚੁੱਕੀ ਆ। ਪਰ ਅਸੀਂ ਇੱਥੇ ਸਪੈਸ਼ਲਾਈਜ਼ਡ ਜਿਹੜੇ ਕੋਈ ਖਾਸ 1-to-1 ਕੰਸਲਟੈਂਸੀ ਚਾਹੁੰਦੇ ਆ, ਅਸੀਂ ਉਹਨਾਂ ਨੂੰ ਪ੍ਰੋ ਲੈਂਦੇ ਹਾਂ। ਅਤੇ ਉਹ ਜਿਹੜੇ ਆ ਇੱਕ ਸਾਡੇ ਦੂਤ ਦੇ ਰੂਪ ਦੇ ਵਿੱਚ ਗਾਂ ਛੋਟਿਆਂ ਨੂੰ, ਜਾਂ ਜਿਹੜੇ ਨਵੇਂ ਉੱਦਮੀ ਆਉਂਦੇ ਆ, ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਜੀ। ਡਾਕਟਰ ਸਾਹਿਬ, ਬਹੁਤ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ, ਅਤੇ ਤੁਸੀਂ ਜਿਵੇਂ ਦੱਸਿਆ ਵੀ 24 ਸਾਲਾਂ ਤੋਂ ਲਗਾਤਾਰ ਇਸ ਕਾਰ ਦੇ ਵਿੱਚ ਤੁਸੀਂ ਅੱਗੇ ਹੋਰ ਨਵੀਆਂ ਪੈੜਾਂ ਪਾ ਰਹੇ ਹੋ। ਸੋ ਮੈਂ ਜਿਵੇਂ ਪਹਿਲਾਂ ਹੀ ਗੱਲ ਕੀਤੀ ਸੀ, ਇਹਨਾਂ ਦੇ ਆਉਣ ਤੋਂ ਪਹਿਲਾਂ, ਡਾਕਟਰ ਸਾਹਿਬ ਦੇ ਆਉਣ ਤੋਂ ਪਹਿਲਾਂ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਇਹ ਨੌਜਵਾਨਾਂ ਨੂੰ ਇਹ ਪ੍ਰੇਰਿਤ ਕਰਨ ਤੋਂ ਬਾਅਦ ਉਹਨਾਂ ਨੂੰ ਅਮਲੀ ਜਾਮਾ ਵੀ ਪਹੁੰਚਾ ਚੁੱਕੇ ਨੇ, ਉਹਨਾਂ ਨੂੰ ਸਥਾਪਿਤ ਵੀ ਕਰ ਚੁੱਕੇ। ਸਿਰਫ ਅਤੇ ਸਿਰਫ ਇੱਕ ਜਜ਼ਬਾ, ਇੱਕ ਜੋਸ਼, ਉਹਦੀ ਜ਼ਰੂਰਤ ਹੈ। ਇਹਨਾਂ ਤੱਕ ਤੁਸੀਂ ਪਹੁੰਚ ਕਰੋ। ਡਾਕਟਰ ਸਾਹਿਬ ਆਪਣਾ ਨਿੱਜੀ ਨੰਬਰ ਵੀ ਤੁਹਾਡੇ ਨਾਲ ਸਾਂਝਾ ਕੀਤਾ ਹੈ। ਇਹਨਾਂ ਨੇ ਆਪਣਾ YouTube ਚੈਨਲ ਉਹ ਵੀ ਜ਼ਿਕਰ ਕੀਤਾ ਹੈ, ਰਮਨਦੀਪ ਤੁਸੀਂ ਪਾਓਗੇ ਤਾਂ ਉਹਦੇ ਵਿੱਚ ਛੋਟੀਆਂ ਉਹਨਾਂ ਦੇ ਜੋ ਵੀਡੀਓ ਕੈਪਸੂਲਸ ਨੇ ਉਹ ਸਾਰੇ ਵਿੱਚ ਵੀ ਆ ਜਾਣਗੇ। ਅਤੇ ਡਾਕਟਰ ਸਾਹਿਬ ਨਾਲ ਆਪਾਂ MBA ਦੇ ਰਿਗਾਰਡਿੰਗ, ਵਪਾਰ ਸਥਾਪਿਤ ਕਰਨ ਦੇ ਰਿਗਾਰਡਿੰਗ, ਆਪਣੇ ਕੋਲ ਅਸੀਂ ਚੀਜ਼ ਪੈਦਾ ਕਰ ਲੈਣੇ ਆ, ਉਹਨੂੰ ਅੱਗੋਂ ਵੀ ਸੈੱਲ ਆਊਟ ਕਿਵੇਂ ਕਰਨਾ, ਲੋਕਾਂ ਤੱਕ ਪਹੁੰਚਾਉਣਾ ਕਿਵੇਂ ਆ, ਮੁਨਾਫਾ ਆਪਾਂ ਕਿਵੇਂ ਵਧਾਉਣਾ, ਉਹ ਇਹਦੇ ਬਾਰੇ ਅਸੀਂ ਤੁਹਾਡੇ ਕੋਲ ਡਾਕਟਰ ਸਾਹਿਬ ਤੁਹਾਨੂੰ ਗਾਹੇ ਬਗਾਹੇ ਫਿਰ ਤਕਲੀਫ ਦੇਵਾਂਗੇ। ਤੁਹਾਡਾ ਅੱਜ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ।